ਪਟਿਆਲਾ ਸ਼ਾਹੀ ਪੱਗ, ਪਟਿਆਲਾ ਸਲਵਾਰ, ਜੁੱਤੀ, ਪਰਾਂਦਾ ਅਤੇ ਫੁਲਕਾਰੀ ਲਈ ਮਸ਼ਹੂਰ ਦੱਖਣੀ ਪੂਰਬੀ ਪੰਜਾਬ ਦਾ ਸ਼ਹਿਰ ਪਟਿਆਲਾ ਆਪਣੇ ਦਿਲਚਸਪ ਇਤਿਹਾਸ ਲਈ ਪਹਿਚਾਣਿਆ ਜਾਂਦਾ ਹੈ। ਮਹਾਰਾਜਿਆਂ ਦੀ ਇਹ ਧਰਤੀ ਅਤੇ ਇੱਥੇ ਬਣੇ ਹੋਏ ਕਿਲ੍ਹੇ ਹਰ ਇਨਸਾਨ ਦੇ ਦਿਲ ਵਿੱਚ ਉਹਨਾਂ ਦਾ ਇਤਿਹਾਸ ਫਰੋਲਣ ਦੀ ਖਿੱਚ ਪੈਦਾ ਕਰਦੇ ਹਨ। ਆਓ ਜਾਣਦੇ ਹਾਂ ਪਟਿਆਲਾ ਸ਼ਹਿਰ ਕਿਵੇਂ ਬਣਿਆ ਅਤੇ ਇਸ ਦੇ ਸ਼ਾਹੀ ਰਾਜ ਦੇ ਸ਼ਾਸਕ ਕੌਣ-ਕੌਣ ਰਹੇ। ਪਟਿਆਲੇ ਦੇ ਮਹਾਰਾਜਿਆਂ ਦਾ ਪਿਛੋਕੜ ਜੈਸਲਮੇਰ ਦੇ ਰਾਵਲ ਜੈਸਲ ਨਾਲ ਜੁੜਿਆ ਹੈ। ਉਹਨਾਂ ਦੇ ਵੰਸ਼ ਵਿੱਚੋਂ ਹੀ ਅੱਗੇ ਚੱਲ ਕੇ ਬਾਬਾ ਫੂਲ ਸਿੰਘ ਬਠਿੰਡਾ ਦੇ ਮਹਿਰਾਜ ਪਿੰਡ ਆ ਗਏ, ਜੋ ਉਹਨਾਂ ਦੇ ਦਾਦੇ ਮੋਹਨ ਸਿੰਘ ਨੇ ਆਪਣੇ ਦਾਦੇ ਮਹਿਰਾਜ ਸਿੰਘ ਦੇ ਨਾਂ 'ਤੇ ਬਣਾਇਆ ਸੀ। ਫੁਲਕੀਆਂ ਮਿਸਲ ਦੇ ਬਾਨੀ ਫੂਲ ਸਿੰਘ ਦੇ 7 ਬੱਚਿਆਂ ਵਿੱਚੋਂ ਇੱਕ ਪੁੱਤਰ ਛੋਟਾ ਰਾਮ ਸਿੰਘ ਨੂੰ ਖੁਦ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ। ਛੋਟਾ ਰਾਮ ਸਿੰਘ ਜੀ ਦੇ ਪੁੱਤਰ ਬਾਬਾ ਆਲਾ ਸਿੰਘ, ਜੋ ਕਿ ਪਟਿਆਲਾ ਰਿਆਸਤ ਦੇ ਬਾਨੀ ਹਨ, ਉਹਨਾਂ ਦਾ ਜਨਮ 1695 ਈਸਵੀ ਨੂੰ ਬਠਿੰਡੇ ਦੇ ਫੂਲ ਪਿੰਡ ਵਿੱਚ ਹੋਇਆ। ਬਾਬਾ ਆਲਾ ਸਿੰਘ ਜੀ ਦੀ ਜਿੱਤ ਦਾ ਸਫ਼ਰ 1716 ਵਿੱਚ ਹੋਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਸ਼ੁਰੂ ਹੁੰਦਾ ਹੈ। ਫਿਰ 1722 ਵਿੱਚ 30 ਪਿੰਡਾਂ ਨੂੰ ਜਿੱਤਦੇ ਹੋਏ ਉਹਨਾਂ ਨੇ ਬਰਨਾਲੇ ਵਿਖੇ ਆਪਣਾ ਟਿਕਾਣਾ ਬਣਾਇਆ ਅਤੇ 1731 ਵਿੱਚ ਦਲ ਖਾਲਸੇ ਦੀ ਮਦਦ ਨਾਲ ਪੱਟੀ ਮਿਸਲ ਦੇ ਪਿੰਡਾਂ ਨੂੰ ਤੋੜਦੇ ਹੋਏ ਆਪਣੇ ਨਾਲ ਮਿਲਾ ਲਿਆ। ਪਰ ਬਾਬਾ ਆਲਾ ਸਿੰਘ, ਜਿਸ ਨੂੰ ਸਿੱਖਾਂ ਨੇ ਇੱਕ ਕਿਸਾਨ ਤੋਂ ਸਰਦਾਰ ਦਾ ਰੁਤਬਾ ਦਿੱਤਾ ਸੀ, ਉਹ ਸਿੱਖਾਂ ਦਾ ਹੀ ਨਾ ਰਿਹਾ ਅਤੇ ਸਮੇਂ-ਸਮੇਂ 'ਤੇ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਖਾਂ ਵਿਰੁੱਧ ਜੰਗਾਂ ਵਿੱਚ ਸਾਥ ਦਿੰਦਾ ਰਿਹਾ। ਦਰਅਸਲ 1745 ਤੋਂ 1748 ਤੱਕ ਸਰਹੰਦ ਦੇ ਗਵਰਨਰ ਅਲੀ ਮੁਹੰਮਦ ਖਾਨ ਰੋਹੀਲਾ ਦੀ ਗ੍ਰਿਫਤ ਵਿੱਚ ਰਹਿੰਦੇ ਬਾਬਾ ਆਲਾ ਸਿੰਘ ਦੀ ਰਿਹਾਈ ਉਦੋਂ ਹੁੰਦੀ ਹੈ ਜਦੋਂ ਅਫਗਾਨ ਦੇ ਅਹਿਮਦ ਸ਼ਾਹ ਦੁਰਾਨੀ ਨੇ ਸਰਹੰਦ 'ਤੇ ਹਮਲਾ ਕੀਤਾ, ਪਰ ਉਸ ਲੜਾਈ ਵਿੱਚ ਬਾਬਾ ਆਲਾ ਸਿੰਘ ਨੇ ਮੁਗਲਾਂ ਦਾ ਸਾਥ ਦਿੱਤਾ। ਕੁਝ ਸਮਾਂ ਬਾਅਦ 1752 ਵਿੱਚ ਬਾਬਾ ਆਲਾ ਸਿੰਘ ਨੇ 84 ਪਿੰਡਾਂ ਦਾ ਜ਼ਿਲ੍ਹਾ, ਜਿਸ ਨੂੰ ਅੱਜ ਸਨੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ 1 ਸਾਲ ਬਾਅਦ 1753 ਵਿੱਚ ਉਹਨਾਂ ਨੇ ਉਹੀ 84 ਪਿੰਡਾਂ ਵਿੱਚੋਂ ਇੱਕ ਪਿੰਡ ਵਿੱਚ ਇੱਕ ਕੱਚੀ ਗੜੀ ਬਣਾਈ। 1760 ਤੱਕ ਉਹਨਾਂ ਨੇ 726 ਪਿੰਡਾਂ ਨੂੰ ਜਿੱਤ ਲਿਆ ਸੀ। 1761 ਵਿੱਚ ਹੋਈ ਪਾਣੀਪਤ ਦੀ ਲੜਾਈ ਵਿੱਚ ਬਾਬਾ ਆਲਾ ਸਿੰਘ ਨੇ ਅਬਦਾਲੀ ਦੇ ਖਿਲਾਫ ਮਰਾਠਿਆਂ ਦੀ ਮਦਦ ਕੀਤੀ, ਜਦਕਿ 1762 ਦੇ ਵੱਡੇ ਘੱਲੂਘਾਰੇ ਸਮੇਂ ਉਹ ਨਿਰਪੱਖ ਰਹੇ, ਜਿੱਥੇ ਉਹਨਾਂ ਦੀ ਚੁੱਪ ਨੇ ਫੁਲਕੀਆਂ ਮਿਸਲ ਨੂੰ ਦਲ ਖਾਲਸਾ ਤੋਂ ਬਾਹਰ ਕੱਢ ਦਿੱਤਾ। ਉੱਥੇ ਹੀ ਬਰਨਾਲੇ ਵਿਖੇ ਹੋਈ ਤਬਾਹੀ ਕਾਰਨ ਉਹਨਾਂ ਨੂੰ ਅਹਿਮਦ ਸ਼ਾਹ ਦੁਰਾਨੀ ਅੱਗੇ ਪੇਸ਼ ਹੋਣਾ ਪਿਆ। ਬਾਬਾ ਆਲਾ ਸਿੰਘ ਨੇ ਕੇਸ ਕਤਲ ਤੋਂ ਇਨਕਾਰ ਕਰਦੇ ਹੋਏ 1 ਲੱਖ ਰੁਪਏ ਦੀ ਰਕਮ ਅਦਾ ਕੀਤੀ। ਅਹਿਮਦ ਸ਼ਾਹ ਦੁਰਾਨੀ ਨੇ ਇਹ ਰਕਮ ਕਬੂਲ ਤਾਂ ਕਰ ਲਈ, ਪਰ ਫਿਰ ਵੀ ਉਹਨਾਂ ਦੀ ਰਿਹਾਈ ਲਾਹੌਰ ਵਿਖੇ ਜਾ ਕੇ ਕਰਨ ਦਾ ਫੈਸਲਾ ਕੀਤਾ, ਜਿੱਥੇ ਬਾਬਾ ਆਲਾ ਸਿੰਘ ਨੂੰ ਉਹਨਾਂ ਨੂੰ 5 ਲੱਖ ਰੁਪਏ ਹੋਰ ਦੇਣੇ ਪਏ। 1764 ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਬਾਬਾ ਆਲਾ ਸਿੰਘ ਨੂੰ ਪਟਿਆਲੇ ਦੇ ਰਾਜਾ ਦੀ ਪਦਵੀ ਨਾਲ ਨਵਾਜ਼ਿਆ ਗਿਆ। 1753 ਵਿੱਚ ਕੱਚੀ ਗੜੀ ਨੂੰ ਬਾਬਾ ਆਲਾ ਸਿੰਘ ਨੇ 1763 ਵਿੱਚ ਪੱਕੀਆਂ ਇੱਟਾਂ ਲਗਵਾ ਕੇ ਕਿਲ੍ਹਾ ਮੁਬਾਰਕ ਦਾ ਨਾਂ ਦਿੱਤਾ, ਜਿਸ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਦਾ ਨਿਰਮਾਣ ਹੋਇਆ। ਬਾਬਾ ਆਲਾ ਸਿੰਘ ਦੇ ਨਾਂ ਤੋਂ ਬਣਿਆ ਪੱਟ ਆਲਾ ਸਮੇਂ ਦੇ ਨਾਲ-ਨਾਲ ਪਟਿਆਲੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ। 1765 ਵਿੱਚ ਬਾਬਾ ਆਲਾ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦੀ ਰਾਣੀ ਦੀ ਇੱਛਾ ਦੇ ਮੁਤਾਬਕ ਉਹਨਾਂ ਦੇ 18 ਵਰ੍ਹਿਆਂ ਦੇ ਪੋਤਰੇ ਅਮਰ ਸਿੰਘ ਨੂੰ ਗੱਦੀ 'ਤੇ ਬਿਠਾਇਆ ਗਿਆ। 1766 ਈਸਵੀ ਵਿੱਚ ਅਮਰ ਸਿੰਘ ਨੇ ਲੁਧਿਆਣੇ ਦੇ ਨੇੜੇ ਪਾਇਲ ਪਿੰਡ 'ਤੇ ਜਿੱਤ ਪ੍ਰਾਪਤ ਕੀਤੀ। 1767 ਵਿੱਚ ਜਦ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ 'ਤੇ ਆਖਰੀ ਵਾਰ ਹਮਲਾ ਕੀਤਾ ਤਾਂ ਉਹ ਲੁਧਿਆਣੇ ਤੋਂ ਅੱਗੇ ਵਧਣ ਵਿੱਚ ਅਸਫਲ ਰਹਿੰਦਿਆਂ ਹੋਇਆਂ ਵੀ ਅਮਰ ਸਿੰਘ ਨੂੰ ਬੜੇ ਹੀ ਪਿਆਰ ਨਾਲ ਮਿਲੇ, ਜਿੱਥੇ ਉਹਨਾਂ ਨੇ ਕੀਮਤੀ ਪੇਸ਼ਕਸ਼ਾਂ ਦੇ ਨਾਲ ਰਾਜਾਏ ਰਾਜਨ ਬਹਾਦਰ ਦੀ ਪਦਵੀ ਨਾਲ ਉਹਨਾਂ ਨੂੰ ਨਵਾਜ਼ਿਆ। ਕਿਹਾ ਜਾਂਦਾ ਹੈ ਕਿ ਮਹਾਰਾਜਾ ਅਮਰ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਨੂੰ 1 ਲੱਖ ਰੁਪਏ ਦੀ ਰਕਮ ਦੇ ਬਦਲੇ ਸਹਾਰਨਪੁਰ ਅਤੇ ਮਥੁਰਾ ਦੇ 20,000 ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਰੱਖੀ। 1767 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਰਹੰਦ ਦਾ ਰਾਜਪਾਟ ਮਹਾਰਾਜਾ ਅਮਰ ਸਿੰਘ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਮਹਾਰਾਜਾ ਅਮਰ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਨਾਂ 'ਤੇ ਸਿੱਕੇ ਵੀ ਜਾਰੀ ਕੀਤੇ। ਸਿਆਸੀ ਗੱਠਜੋੜ ਦੁਆਰਾ ਮਹਾਰਾਜਾ ਅਮਰ ਸਿੰਘ ਨੇ ਮਨੀ ਮਾਜਰਾ, ਪਿੰਜੌਰ, ਫਤਿਹਬਾਦ, ਗੋਬਿੰਦਗੜ੍ਹ, ਸਾਫੀਆਬਾਦ ਅਤੇ ਸਿਰਸਾ ਆਦਿ 'ਤੇ ਕਬਜ਼ਾ ਕਰਦੇ ਹੋਏ ਪਟਿਆਲੇ ਨੂੰ ਯਮੁਨਾ ਅਤੇ ਸਤਲੁਜ ਦੇ ਵਿਚਕਾਰ ਇੱਕ ਤਾਕਤਵਰ ਰਾਜ ਬਣਾਇਆ। 1781 ਵਿੱਚ ਮਹਾਰਾਜਾ ਅਮਰ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ 7 ਵਰ੍ਹਿਆਂ ਦੇ ਪੁੱਤਰ ਸਾਹਿਬ ਸਿੰਘ ਨੂੰ ਗੱਦੀ 'ਤੇ ਬਿਠਾਇਆ ਗਿਆ, ਪਰ ਫਿਰ ਵੀ ਛੋਟੀ ਉਮਰ ਹੋਣ ਦੇ ਕਾਰਨ ਦਰਬਾਰੀਆਂ ਵੱਲੋਂ ਹੀ ਰਾਜ ਭਾਗ ਦੇ ਫੈਸਲੇ ਕੀਤੇ ਜਾਂਦੇ ਸੀ। ਉਹਨਾਂ ਦੇ ਰਾਜ ਭਾਗ ਦਾ ਮੁਖੀ ਸੁਨਾਮ ਦਾ ਰਹਿਣ ਵਾਲਾ ਇੱਕ ਅਗਰਵਾਲ ਬਾਣੀਆ ਸੀ, ਜਿਸ ਦਾ ਨਾਂ ਨਾਨੂ ਮੱਲ ਸੀ।
18 ਸਾਲ ਦਾ ਹੋਣ ਤੋਂ ਬਾਅਦ ਜਦ ਮਹਾਰਾਜਾ ਸਾਹਿਬ ਸਿੰਘ ਨੇ ਰਾਜ ਭਾਗ ਦੀ ਕਮਾਨ ਸੰਭਾਲੀ ਤਾਂ ਉਹਨਾਂ ਦੀ ਵੱਡੀ ਭੈਣ ਸਾਹਿਬ ਕੌਰ ਨੇ ਉਹਨਾਂ ਦੀ ਅਗਵਾਈ ਕੀਤੀ। ਬੀਬੀ ਸਾਹਿਬ ਕੌਰ ਨੇ 1794 ਵਿੱਚ ਪਟਿਆਲੇ ਦੇ ਰਾਜ ਨੂੰ ਮਰਾਠਿਆਂ ਦੇ ਹਮਲੇ ਤੋਂ ਬਚਾਇਆ ਸੀ। ਪਿਛਲੇ 40 ਸਾਲਾਂ ਵਿੱਚ ਸਿੱਖਾਂ, ਮਰਾਠਿਆਂ ਅਤੇ ਅਬਦਾਲੀਆਂ ਦੁਰਾਨੀਆਂ ਦੇ ਹਮਲਿਆਂ ਤੋਂ ਬਚਦੇ ਹੋਏ ਪਟਿਆਲੇ ਦੇ ਮਹਾਰਾਜਿਆਂ ਨੇ ਆਪਣੇ ਰਾਜ ਭਾਗ ਨੂੰ ਕਾਇਮ ਰੱਖਿਆ। 1808 ਵਿੱਚ ਪਟਿਆਲੇ ਦੇ ਮਹਾਰਾਜੇ ਨੇ ਲਾਹੌਰ ਦੇ ਮਹਾਰਾਜੇ ਰਣਜੀਤ ਸਿੰਘ ਦੇ ਵਿਰੁੱਧ ਅੰਗਰੇਜ਼ਾਂ ਨਾਲ ਇੱਕ ਸੰਧੀ ਕੀਤੀ। ਇਸ ਸੰਧੀ ਦੇ ਤਹਿਤ ਮਹਾਰਾਜ ਸਾਹਿਬ ਸਿੰਘ ਨੇ ਭਾਰਤੀ ਉਪ ਮਹਾਦੀਪ ਤੇ ਉਸਾਰੀ ਲਈ ਅੰਗਰੇਜ਼ਾਂ ਨੂੰ ਆਪਣਾ ਯੋਗਦਾਨ ਦੇਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ 17 ਤੋਪਾਂ ਦੀ ਸਲਾਮੀ ਦਿੰਦੇ ਹੋਏ ਪਟਿਆਲਾ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਆ ਗਿਆ। 1813 ਵਿੱਚ ਮਹਾਰਾਜਾ ਸਾਹਿਬ ਸਿੰਘ ਪਟਿਆਲੇ ਵਿੱਚ ਹੀ ਅਕਾਲ ਚਲਾਣਾ ਕਰ ਗਏ। ਗੱਦੀ ਤੇ ਬੈਠਣ ਵਾਲੇ ਅਗਲੇ ਰਾਜੇ ਦਾ ਜਨਮ 1798 ਵਿੱਚ ਹੋਇਆ। ਇਹ ਸਨ ਮਹਾਰਾਜਾ ਕਰਮ ਸਿੰਘ, ਜਿਨ੍ਹਾਂ ਨੇ ਰਾਜ ਭਾਗ ਨੂੰ ਸੰਭਾਲਦੇ ਹੋਏ 1814 ਵਿੱਚ ਹੋਈ ਗੋਰਖਾ ਜੰਗ ਵਿੱਚ ਅੰਗਰੇਜ਼ਾਂ ਦੀ ਗੋਰਖਿਆਂ ਖਿਲਾਫ ਮਦਦ ਕੀਤੀ। ਇਸ ਮਦਦ ਦੇ ਬਦਲੇ ਅੰਗਰੇਜ਼ਾਂ ਨੇ ਪਟਿਆਲੇ ਨੂੰ ਮਿਸਲਾਂ ਦੇ 16 ਪਰਗਨੇ ਦਿੱਤੇ, ਜਿਸ ਕਰਕੇ ਪਟਿਆਲੇ ਰਾਜ ਨੂੰ 2,80,000 ਦਾ ਨਜ਼ਰਾਨਾ ਪੇਸ਼ ਕਰਨਾ ਪਿਆ। ਇਹ ਵੀ ਕਿਹਾ ਜਾਂਦਾ ਹੈ ਕਿ ਜਿੱਥੇ ਮਹਾਰਾਜ ਕਰਮ ਸਿੰਘ ਨੇ ਬਹੁਤ ਸਾਰੇ ਧਾਰਮਿਕ ਗੁਰਦੁਆਰੇ ਬਣਵਾਏ, ਉੱਥੇ ਹੀ ਉਹਨਾਂ ਨੇ ਜਥੇਦਾਰ ਅਕਾਲੀ ਬਾਬਾ ਹਨੂਮਾਨ ਸਿੰਘ ਜੀ ਦੀ ਫੌਜ, ਜੋ ਕਿ ਪੰਜਾਬ ਵਿੱਚ ਸਿੱਖ ਰਾਜ ਕਾਇਮ ਕਰਨਾ ਚਾਹੁੰਦੀ ਸੀ, ਉਹਨਾਂ ਨੂੰ ਮਰਵਾ ਦਿੱਤਾ। ਮਹਾਰਾਜਾ ਕਰਮ ਸਿੰਘ ਦੀ ਮੌਤ 1845 ਵਿੱਚ ਹੋਈ, ਜਦੋਂ ਪਹਿਲੀ ਐਂਗਲੋ ਸਿੱਖ ਵਾਰ ਸ਼ੁਰੂ ਹੋਈ। ਹੁਣ ਪਟਿਆਲੇ ਦੀ ਗੱਦੀ ਉੱਤੇ 1824 ਵਿੱਚ ਜਨਮੇ ਨਰਿੰਦਰ ਸਿੰਘ ਵਿਰਾਜੇ। ਪਹਿਲੀ ਐਂਗਲੋ ਸਿੱਖ ਜੰਗ ਦੌਰਾਨ ਨਰਿੰਦਰ ਸਿੰਘ ਨੇ ਅੰਗਰੇਜ਼ਾਂ ਨੂੰ ਕੈਰੇਜ ਅਤੇ ਹੋਰ ਵਸਤੂਆਂ ਭਿਜਵਾ ਕੇ ਬਹੁਤ ਸਹਾਇਤਾ ਕੀਤੀ। ਇਸ ਸਹਾਇਤਾ ਬਦਲੇ ਯੁੱਧ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਨੂੰ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਉਪਾਧੀਆਂ ਦੇ ਨਾਲ ਸਨਮਾਨਿਤ ਕੀਤਾ। ਇਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਨੇ ਮੋਤੀ ਬਾਗ ਪੈਲੇਸ ਬਣਵਾਇਆ ਅਤੇ ਨਾਲ ਹੀ ਪਟਿਆਲੇ ਦੇ ਆਲੇ ਦੁਆਲੇ ਫਾਟਕਾਂ ਅਤੇ 10 ਦਰਵਾਜ਼ੇ ਨੂੰ ਬਣਾ ਕੇ ਪਟਿਆਲੇ ਨੂੰ ਹੋਰ ਵੀ ਮਜ਼ਬੂਤ ਕੀਤਾ। ਇਹਨਾਂ ਗੇਟਾਂ ਵਿੱਚੋਂ ਦਰਸ਼ਨੀ ਗੇਟ, ਸਮਾਨੀਆ ਗੇਟ, ਸਨੋਰੀ ਗੇਟ ਅਤੇ ਸ਼ੇਰਾਂਵਾਲਾ ਗੇਟ ਅੱਜ ਵੀ ਪਟਿਆਲੇ ਦੀ ਸ਼ਾਨ ਨੂੰ ਵਧਾ ਰਹੇ ਹਨ। 1861 ਵਿੱਚ ਇਹਨਾਂ ਨੂੰ ਭਾਰਤ ਦੇ ਓਨਰ ਆਫ ਸਟਾਰ ਦੇ ਨਾਲ ਨਵਾਜ਼ਿਆ ਗਿਆ। 1862 ਵਿੱਚ ਮਹਾਰਾਜਾ ਨਰਿੰਦਰ ਸਿੰਘ ਨੂੰ ਵਾਇਸਰੋਇਸ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਬਣਾਇਆ ਗਿਆ, ਪਰ ਇਹ ਜ਼ਿਆਦਾ ਦੇਰ ਤੱਕ ਇਸ ਦੇ ਮੈਂਬਰ ਨਾ ਰਹਿ ਸਕੇ ਅਤੇ 1862 ਵਿੱਚ ਹੀ ਅਕਾਲ ਚਲਾਣਾ ਕਰ ਗਏ। 10 ਸਾਲ ਦੀ ਉਮਰ ਵਿੱਚ ਪਟਿਆਲੇ ਦੇ ਮਹਾਰਾਜੇ ਦੀ ਗੱਦੀ ਤੇ ਬੈਠੇ ਮਹਿੰਦਰ ਸਿੰਘ ਦਾ ਜਨਮ 1852 ਵਿੱਚ ਹੋਇਆ। ਉਹਨਾਂ ਨੇ ਆਪਣੇ ਰਾਜਕਾਲ ਦੌਰਾਨ ਸਰਹੰਦ ਕਨਾਲ ਬਣਵਾਇਆ ਅਤੇ ਨਾਲ ਹੀ 70,000 ਦੀ ਰਕਮ ਦੇ ਤੌਰ ਤੇ ਯੂਨੀਵਰਸਿਟੀ ਕਾਲਜ ਆਫ ਲਾਹੌਰ ਦੀ ਸਹਾਇਤਾ ਵੀ ਕੀਤੀ। 1870 ਵਿੱਚ ਵੱਡੇ ਓਨਰਸ ਦੇ ਤਹਿਤ ਉਹਨਾਂ ਨੂੰ ਭਾਰਤ ਦੇ ਆਰਡਰ ਆਫ ਦ ਸਟਾਰ ਦਾ ਨਾਈਟ ਗ੍ਰੈਂਡ ਕਮਾਂਡਰ ਨਿਯੁਕਤ ਕੀਤਾ ਗਿਆ। ਵੱਡੇ ਓਨਰਸ ਦਾ ਮਤਲਬ ਇਹ ਹੈ ਕਿ ਆਪਣੇ ਜਨਮ ਦਿਨ ਨੂੰ ਮਨਾਉਂਦੇ ਹੋਏ ਕੁਈਨ ਵਿਕਟੋਰੀਆ ਅਜਿਹੇ ਕੁਝ ਲੋਕਾਂ ਨੂੰ ਕਿਸੇ ਨਾ ਕਿਸੇ ਪਦਵੀ ਨਾਲ ਸਨਮਾਨਿਤ ਕਰੇਗੀ, ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵਿੱਚ ਕੋਈ ਨਾ ਕੋਈ ਵਧੀਆ ਕੰਮ ਕੀਤਾ ਹੋਵੇਗਾ। ਪੜ੍ਹਾਈ ਦੇ ਖੇਤਰ ਨੂੰ ਮੁੱਖ ਰੱਖਦੇ ਹੋਏ ਮਹਾਰਾਜਾ ਮਹਿੰਦਰ ਸਿੰਘ ਨੇ 1875 ਵਿੱਚ ਮਹਿੰਦਰਾ ਕਾਲਜ ਬਣਵਾਇਆ। 1876 ਵਿੱਚ ਹੋਈ ਮੌਤ ਤੋਂ ਬਾਅਦ ਇਹਨਾਂ ਦੇ 4 ਸਾਲ ਦੇ ਪੁੱਤਰ ਰਜਿੰਦਰ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ। ਰਜਿੰਦਰ ਸਿੰਘ ਉਹਨਾਂ ਪਹਿਲੇ ਭਾਰਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਫਰਾਂਸ ਦੀ ਡੀ ਡਲੋਨ ਬੂਟਨ ਗੱਡੀ ਖਰੀਦੀ ਅਤੇ 1892 ਵਿੱਚ ਪਹਿਲਾ ਹਵਾਈ ਜਹਾਜ਼ ਖਰੀਦਿਆ। ਕੁਝ ਹਵਾਲਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਦੀਆਂ 365 ਰਾਣੀਆਂ ਸਨ। ਇਹਨਾਂ ਦੇ ਰਾਜ ਵਿੱਚ ਹੀ ਰਾਜਪੁਰੇ ਤੋਂ ਲੈ ਕੇ ਬਠਿੰਡੇ ਤੱਕ ਇੱਕ ਵਿਸ਼ਾਲ ਰੇਲਵੇ ਲਾਈਨ ਵਿਛਾਈ ਗਈ। ਕਿਹਾ ਜਾਂਦਾ ਹੈ ਕਿ 1879 ਵਿੱਚ ਹੋਈ ਅਫਗਾਨ ਜੰਗ ਦੌਰਾਨ ਅੰਗਰੇਜ਼ਾਂ ਦੀ ਮਦਦ ਵਾਸਤੇ ਪਟਿਆਲੇ ਵੱਲੋਂ ਇੱਕ ਵੱਡੀ ਫੌਜ ਵੀ ਭੇਜੀ ਗਈ। 1897 ਵਿੱਚ ਇਹਨਾਂ ਦੀ ਬਹਾਦਰੀ ਕਾਰਨ ਅੰਗਰੇਜ਼ਾਂ ਦੀ ਸਰਕਾਰ ਨੇ ਇਹਨਾਂ ਨੂੰ ਗ੍ਰੈਂਡ ਕ੍ਰਾਸ ਆਫ ਦੀ ਆਰਡਰ ਆਨਰ ਆਫ ਇੰਡੀਆ ਨਾਲ ਸਨਮਾਨਿਤ ਕੀਤਾ। ਆਪਣੇ ਜੀਵਨ ਦੇ ਦੌਰਾਨ ਇਹਨਾਂ ਨੇ ਖੇਡਾਂ, ਖਾਸ ਕਰਕੇ ਪੋਲੋ ਅਤੇ ਕ੍ਰਿਕਟ ਵਿੱਚ ਬਹੁਤ ਦਿਲਚਸਪੀ ਦਿਖਾਈ ਅਤੇ 1900 ਵਿੱਚ ਇਹਨਾਂ ਦੀ ਮੌਤ ਹੋ ਗਈ। 1891 ਵਿੱਚ ਮੋਤੀ ਬਾਗ ਪੈਲੇਸ ਵਿੱਚ ਰਜਿੰਦਰ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਦਾ ਜਨਮ ਹੋਇਆ। 18 ਵਰ੍ਹਿਆਂ ਦੇ ਹੋਣ ਤੇ ਯਾਨੀ 1909 ਵਿੱਚ ਉਹਨਾਂ ਨੇ ਆਪਣੇ ਰਾਜ ਭਾਗ ਨੂੰ ਸੰਭਾਲਦੇ ਹੋਏ 1 ਸਾਲ ਬਾਅਦ ਹੀ ਇੰਗਲੈਂਡ ਤੋਂ ਇੱਕ ਹਵਾਈ ਜਹਾਜ਼ ਮੰਗਵਾਇਆ ਅਤੇ ਪਟਿਆਲੇ ਵਿਖੇ ਹਵਾਈ ਪਟੜੀ ਦੀ ਉਸਾਰੀ ਵੀ ਕੀਤੀ। ਕਿਹਾ ਜਾਂਦਾ ਹੈ ਕਿ ਇਹ ਹਵਾਈ ਜਹਾਜ਼ ਰਾਈਟ ਬ੍ਰਦਰਜ਼ ਦੁਆਰਾ ਬਣਵਾਇਆ ਗਿਆ ਸੀ। ਉਹਨਾਂ ਨੇ ਫਰਾਂਸ, ਬੈਲਜੀਅਮ, ਇਟਲੀ ਅਤੇ ਪੈਲੇਸਟੀਨ ਵਿੱਚ ਜਨਰਲ ਸਟਾਫ ਵਿੱਚ ਹੋਨਰਰੀ ਲੈਫਟੀਨੈਂਟ ਕਰਨਲ ਦੇ ਤੌਰ ਤੇ ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਵੀ ਲਿਆ। 1918 ਵਿੱਚ ਉਹ ਹੋਨਰਰੀ ਮੇਜਰ ਜਨਰਲ ਬਣੇ ਅਤੇ 1931 ਵਿੱਚ ਹੋਨਰਰੀ ਲੈਫਟੀਨੈਂਟ ਕਰਨਲ ਬਣੇ। 1925 ਵਿੱਚ ਇਹਨਾਂ ਨੇ ਲੀਗ ਆਫ ਨੈਸ਼ਨਲ ਵਿੱਚ ਵੀ ਰਿਪਰੈਜ਼ੈਂਟ ਕੀਤਾ। ਇਹਨਾਂ ਨੇ ਪਟਿਆਲਾ ਵਿਖੇ ਕਾਲੀ ਮਾਤਾ ਦਾ ਮੰਦਿਰ ਅਤੇ ਕੰਡਾ ਘਾਟ ਵਿਖੇ ਚੈਲ ਵਿਊ ਪੈਲੇਸ ਵੀ ਬਣਵਾਇਆ। ਇਹਨਾਂ ਨੇ ਪਟਿਆਲੇ ਵਿੱਚ ਪਟਿਆਲਾ ਸਟੇਟ ਮੋਨਰੇਲ ਟ੍ਰੇਨ ਵੇਸ ਵੀ ਬਣਵਾਈ, ਜਿੱਥੇ ਇਹ ਵੀ ਰਾਇਲ ਰੋਇਸ ਗੱਡੀਆਂ ਦੇ ਨਾਲ ਸਵਾਰੀ ਕਰਦੇ ਸਨ।
ਉੱਥੇ ਹੀ ਇਹ ਬਿਹਤਰੀਨ ਖਿਡਾਰੀ ਵੀ ਸਨ ਅਤੇ ਕ੍ਰਿਕਟ ਵਿੱਚ ਇਹਨਾਂ ਦੀ ਬਹੁਤ ਦਿਲਚਸਪੀ ਸੀ। 1911 ਵਿੱਚ ਇੰਗਲੈਂਡ ਜਾਣ ਵਾਲੀ ਇੰਡੀਅਨ ਕ੍ਰਿਕਟ ਟੀਮ ਦੇ ਇਹ ਕਪਤਾਨ ਸਨ। ਸੰਨ 1937 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਟਾਈਮ ਦੇ ਮਸ਼ਹੂਰ ਇੰਡੀਅਨ ਇੰਟਰਨੈਸ਼ਨਲ ਕ੍ਰਿਕਟਰ ਰਣਜੀਤ ਸਿੰਘ ਜੀ ਵਿਭਾਜੀ ਜਡੇਜਾ ਦੇ ਨਾਂ 'ਤੇ ਰਣਜੀ ਟਰਾਫੀ ਦਾ ਇਨੋਗ੍ਰੇਸ਼ਨ ਕੀਤਾ। 1917 ਵਿੱਚ ਇਹਨਾਂ ਨੇ ਸਟੇਟ ਬੈਂਕ ਆਫ ਪਟਿਆਲਾ ਵੀ ਬਣਾਇਆ। 1926 ਤੋਂ 1931 ਤੱਕ ਉਹ ਚੈਂਬਰ ਆਫ ਪ੍ਰਿੰਸ ਦੇ ਚਾਂਸਲਰ ਵੀ ਰਹੇ। ਮਸ਼ਹੂਰ ਬ੍ਰਾਂਡ ਕਾਰਟੀਅਰ SA ਦੁਆਰਾ ਤਿਆਰ ਕੀਤੇ ਗਏ ਪਟਿਆਲਾ ਹਾਰ ਦੇ ਮਾਲਕ ਭੁਪਿੰਦਰ ਸਿੰਘ ਦੀ ਮੌਤ 23 ਮਾਰਚ 1938 ਨੂੰ ਹੋ ਗਈ। ਪਟਿਆਲਾ ਦੇ ਆਖਰੀ ਮਹਾਰਾਜਾ ਸਨ ਯਾਦਵਿੰਦਰ ਸਿੰਘ, ਜਿਨ੍ਹਾਂ ਦਾ ਜਨਮ 7 ਜਨਵਰੀ 1914 ਨੂੰ ਹੋਇਆ। 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹ 5 ਮਈ 1948 ਨੂੰ ਆਪਣੇ ਰਾਜਸੀ ਰਾਜ ਨੂੰ ਆਜ਼ਾਦ ਭਾਰਤ ਵਿੱਚ ਸ਼ਾਮਿਲ ਕਰਨ ਲਈ ਰਾਜੀ ਹੋ ਗਏ। ਉਦੋਂ ਤੱਕ ਉਹ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਦੇ ਰਾਜ ਪ੍ਰਮੁੱਖ ਰਹੇ, ਜਦੋਂ ਤੱਕ ਕਿ 1956 ਦੀ ਸਟੇਟ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਪਟਿਆਲਾ ਪੰਜਾਬ ਦਾ ਹਿੱਸਾ ਨਾ ਬਣ ਗਿਆ। ਉਹਨਾਂ ਨੂੰ ਖੇਡਾਂ ਵਿੱਚ ਬਹੁਤ ਰੁਚੀ ਸੀ। 1934 ਵਿੱਚ ਉਹਨਾਂ ਨੇ ਇੱਕ ਟੈਸਟ ਮੈਚ ਵੀ ਖੇਡਿਆ। ਉਹ ਆਪਣੇ ਜੀਵਨ ਕਾਲ ਵਿੱਚ BCCI ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ। ਉਹਨਾਂ ਨੇ ਲਾਲ ਬਾਗ ਪੈਲੇਸ ਵਿੱਚ ਯਾਦਵਿੰਦਰ ਪਬਲਿਕ ਸਕੂਲ ਬਣਵਾਇਆ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਉਹਨਾਂ ਨੇ ਮਲਾਇਆ, ਇਟਲੀ ਅਤੇ ਬਰਮਾ ਨੂੰ ਆਪਣਾ ਯੋਗਦਾਨ ਦਿੱਤਾ। ਉਹਨਾਂ ਨੇ 1956 ਅਤੇ 1957 ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਭਾਰਤੀ ਡੈਲੀਗੇਟ ਤੌਰ 'ਤੇ ਅਤੇ 1958 ਵਿੱਚ ਯੂਨੈਸਕੋ ਨੂੰ ਆਪਣੀ ਸੇਵਾਵਾਂ ਦਿੱਤੀਆਂ। 1965 ਤੋਂ 1966 ਤੱਕ ਉਹ ਇਟਲੀ ਦੇ ਅਤੇ 1971 ਤੋਂ 1974 ਤੱਕ ਨੀਦਰਲੈਂਡ ਦੇ ਉਹ ਭਾਰਤੀ ਰਾਜਦੂਤ ਰਹੇ। 60 ਸਾਲ ਦੀ ਉਮਰ ਵਿੱਚ ਉਹ ਦਿਲ ਦੇ ਦੌਰੇ ਕਰਕੇ ਹੋਗ ਨੀਦਰਲੈਂਡ ਵਿੱਚ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਪੁੱਤਰ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਰਾਜਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ, ਜਿਨ੍ਹਾਂ ਨੂੰ ਮਹਿਤਾਬ ਕੌਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਮਰਿੰਦਰ ਸਿੰਘ ਨੇ ਆਪਣੀ ਪੜ੍ਹਾਈ ਬੈਲਗਾਮ ਬॉयਜ਼ ਸਕੂਲ, ਲਾਰੈਂਸ ਸਕੂਲ ਅਤੇ ਦੂਨ ਸਕੂਲ ਤੋਂ ਕੀਤੀ। ਉਹ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1963 ਵਿੱਚ ਇੰਡੀਅਨ ਆਰਮੀ 'ਚ ਭਰਤੀ ਹੋ ਗਏ, ਜਿੱਥੋਂ ਕਿ 1965 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਉਹਨਾਂ ਨੇ ਅਸਤੀਫਾ ਦੇ ਦਿੱਤਾ। 1965 ਵਿੱਚ ਜਦੋਂ ਪਾਕਿਸਤਾਨ ਨਾਲ ਜੰਗ ਲੜਨ ਦੀ ਨੌਬਤ ਆਈ ਤਾਂ ਉਹ ਇੰਡੀਅਨ ਆਰਮੀ ਵਿੱਚ ਸਿੱਖ ਰੈਜੀਮੈਂਟ ਵਿੱਚ ਕੈਪਟਨ ਦੇ ਰੂਪ ਵਿੱਚ ਦੁਬਾਰਾ ਉੱਭਰੇ ਅਤੇ ਯੁੱਧ ਖਤਮ ਹੁੰਦਿਆਂ ਹੀ ਉਹਨਾਂ ਨੇ ਦੁਬਾਰਾ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਕਿਹਾ ਜਾਣ ਲੱਗ ਪਿਆ। ਇੱਥੇ ਉਹਨਾਂ ਦਾ ਸਫ਼ਰ ਬੇਸ਼ੱਕ ਛੋਟਾ ਰਿਹਾ, ਪਰ ਸਿਆਸਤ ਵਿੱਚ ਉਹਨਾਂ ਨੇ ਲੰਬੀ ਪਾਰੀ ਖੇਡਣੀ ਸੀ।